ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਗੇ ਵਾਹਿਗੁਰੂ ਜੀ ਸਵਾਲ ਆਇਆ ਗੁਰੂ ਸਾਹਿਬ ਦੀ ਤਾਬਿਆ ਤੇ ਕਿੱਦਾਂ ਜਾਣਾ, ਜਾਂ ਹੋਰ ਕਾਫੀ ਛੋਟੇ ਨਿੱਕੇ ਨਿੱਕੇ ਸਵਾਲ ਆ, ਉਹ ਆਪਾਂ ਇੱਕ ਆਡੀਓ ਜਾਂ ਦੋ ਆਡੀਓ ਵਿੱਚ ਕਰਾਂਗੇ। ਸੋ ਇਸ ਤਰ੍ਹਾਂ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਦੇ ਗੋਦ ਵਿੱਚ ਬੈਠਣਾ, ਜਦੋਂ ਆਪਾਂ ਆਪਣੇ ਵਸਤਰ ਕੱਪੜੇ ਸਾਫ਼ ਸੁਥਰੇ ਚਾਹੀਦੇ ਆ, ਤੇ ਅਮ, ਆਪਾਂ ਥੋੜਾ ਖਿਆਲ ਰੱਖਣਾ, ਅਦਬ ਰੱਖਣਾ ਬਹੁਤ ਗੁਰੂ ਪਾਤਸ਼ਾਹ ਦਾ, ਤੇ ਸਰੀਰ ਦੀ ਸਫਾਈ। ਇੱਦਾਂ ਇਹਨੂੰ ਆਪਾਂ ਕਰਮਕਾਂਡ ਨਹੀਂ ਬਣਾਉਣਾ ਵੀ ਹਾਂ ਬਿਲਕੁਲ ਅਸੀਂ ਜਾ ਹੀ ਨਹੀਂ ਸਕਦੇ। ਹਾਂ, ਜੇ ਲੋੜ ਆ ਸਾਨੂੰ ਸਫਾਈ ਲੱਗਦੀ ਆ ਵੀ ਅਸੀਂ ਠੀਕ ਨਹੀਂ ਹੈਗੇ, ਤੇ ਲੋੜ ਆ ਸਾਨੂੰ ਇਸ਼ਨਾਨ ਦੀ, ਕਰ ਲੈਣਾ ਚਾਹੀਦਾ ਆ। ਇਸ਼ਨਾਨ ਕਰਕੇ ਜਾਓ, ਵਧੀਆ ਠੀਕ ਹੈ, ਬਹੁਤ ਵਧੀਆ ਆ। ਪਰ ਜੇ ਨਹੀਂ ਵੀ ਹੈਗਾ ਤਾਂ ਆਪਾਂ ਹੱਥ ਪੈਰ ਧੋ ਕੇ ਜਾ ਸਕਦੇ ਆ, ਪੈਰਾਂ ਨੂੰ ਸਾਫ਼ ਕਰਕੇ। ਗੱਲ ਆ, ਆਪਾਂ ਜਿੱਦਾਂ ਨਾ ਸਾਨੂੰ ਪਾ ਦਿੱਤਾ ਥੋੜਾ ਸੁੱਚ ਭਿੱਟ ਦੀ ਵਿੱਚ ਪਾ ਦਿੱਤਾ ਗਿਆ ਆ, ਜਦ ਕਿ ਗੱਲ ਹੈਗੀ ਆ ਸਿਰਫ ਸਫਾਈ ਦੀ ਗੱਲ ਗੁਰੂ ਪਾਤਸ਼ਾਹ ਕਰਦੇ ਆ, ਮਨ ਸੁੱਚਾ ਕਰਨਾ ਆ। ਸੋ ਇਹਨੂੰ ਇੰਨਾ ਜ਼ਿਆਦਾ ਕਰਮਕਾਂਡ ਨਹੀਂ ਬਣਾਉਣਾ ਹੈਗਾ, ਬਿਲਕੁਲ ਸਫਾਈ ਦਾ ਖਿਆਲ ਰੱਖਣਾ ਆ, ਅਦਬ ਰੱਖਣਾ, ਗੁਰੂ ਪਾਤਸ਼ਾਹ ਦੀ ਸਤਿਗੁਰ ਦੀ ਗੋਦ ਵਿੱਚ ਜਾਣਾ ਆ, ਕੱਪੜੇ ਸਾਫ਼ ਸੁਥਰੇ ਹੋਣ। ਪਰ ਇਦਾਂ ਨਹੀਂ ਹੈਗਾ ਵੀ ਵੀ ਆਪਾਂ ਬਾਹਰਲੀ ਸਫਾਈ ਦਾ ਧਿਆਨ ਰੱਖੀਏ, ਜਿਹੜਾ ਅਸਲ ਕੰਮ ਆ ਉਹ ਤੋਂ ਉੱਥੇ ਆਪਾਂ ਨੇੜੇ ਜਾਈਏ ਨਾ। ਬਸ ਬਾਹਰਲਾ ਇੱਕ ਹੈ ਨਾ, ਸਾਡੇ ਥੋੜਾ ਸਿੱਖੀ ਵਿੱਚ ਦਿਖਾਵਾ ਜ਼ਿਆਦਾ ਹੋ ਗਿਆ, ਬਾਹਰਲੀ ਬਹੁਤ ਜ਼ਿਆਦਾ ਖਿਆਲ ਰੱਖਦੇ ਆ। ਠੀਕ ਹੈ, ਵਧੀਆ ਗੱਲ ਹੈ, ਕਰਨਾ ਚਾਹੀਦਾ ਆ, ਪਰ ਅੰਦਰਲੀ ਖੇਡ ਤੋਂ ਆਪਾਂ ਬਹੁਤ ਦੂਰ ਚਲੇ ਗਏ ਆ। ਸੋ ਇਸ ਕਰਕੇ ਉਸ ਗੱਲ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਆ। ਤੋ ਅਦਬ ਰੱਖਣਾ ਗੁਰੂ ਪਾਤਸ਼ਾਹ ਦਾ, ਭੈ 'ਚ ਰਹਿਣਾ, ਡਰ 'ਚ ਰਹਿਣਾ ਆ, ਸਤਿਕਾਰ 'ਚ ਰਹਿਣਾ ਆ, ਤੇ ਦੇਖਣਾ ਸਫਾਈ ਦੀ ਲੋੜ ਆ, ਲੋੜ ਅਨੁਸਾਰ ਸਫਾਈ ਰੱਖਣੀ ਆ, ਇਸ਼ਨਾਨ ਕਰਨਾ ਆ। ਤੇ ਜੇ ਪੈਰਾਂ ਦੀ ਲੋੜ ਆ ਧੋ ਲਓ, ਜੇ ਉਹਦੇ ਵਿੱਚੋਂ ਬਦਬੂ ਵਗੈਰਾ ਆ ਰਹੀ ਆ ਫਿਰ ਤਾਂ ਉਹ ਸਾਫ਼ ਚੀਜ਼ ਕਰਨੀ ਚਾਹੀਦੀ ਹੈ ਨਾ, ਕੋਈ ਵੀ ਆ ਚਾਹੇ ਕਿਸ ਤਰ੍ਹਾਂ ਵੀ ਆ। ਸੋ ਅੱਗੇ ਹੈਗਾ ਵੀ ਮੋਬਾਈਲ ਯੂਜ਼ ਕਰਨਾ ਗੁਰੂ ਪਾਤਸ਼ਾਹ ਦੇ ਰੂਮ 'ਚ। ਜੇ ਤਾਂ ਵੀਰ ਜੀ ਮੋਬਾਈਲ ਦੀ ਆਪਾਂ ਨੂੰ ਗੁਰਬਾਣੀ ਪੜ੍ਹਨ ਲਈ ਲੋੜ ਆ ਫਿਰ ਤਾਂ ਯੂਜ਼ ਕਰ ਲੈਣਾ ਚਾਹੀਦਾ, ਵਰਤ ਸਕਦੇ ਹਾਂ, ਕੋਈ ਗੱਲ ਨਹੀਂ ਹੈਗਾ, ਹੈ ਨਾ। ਪਰ ਉੱਦਾਂ ਜੇ ਆਪਾਂ ਗੁਰੂ ਪਾਤਸ਼ਾਹ ਦੇ ਗੁਰੂ ਵਿੱਚ ਬਹਿ ਕੇ ਹੋਰ ਹੀ ਕੁਛ ਦੇਖੀ ਜਾਂਦੇ ਆ, ਉਹ ਬਿਲਕੁਲ ਗਲਤ ਆ, ਉਹਦੇ ਵਿੱਚ ਸਤਿਕਾਰ ਨਹੀਂਗਾ, ਉਹ ਅਸੀਂ ਬੇਅਦਬੀ ਕਰਦੇ ਹਾਂ, ਨਹੀਂ ਕਰਨੀ ਚਾਹੀਦੀ। ਸਿਰਫ ਤੇ ਸਿਰਫ ਗੁਰਬਾਣੀ ਪ੍ਰਥਾਏ, ਆਪਾਂ ਜੇ ਕੁਛ ਸਰਚ ਕਰਨਾ, ਵਿੱਚੋਂ ਸ਼ਬਦ ਲੱਭਣਾ ਆ, ਐਪ ਦੇ ਵਿੱਚ ਗੁਰਬਾਣੀ ਆ ਦੇਖਣੀ ਆ, ਪੜ੍ਹਨੀ ਆ, ਉਹਦੇ ਵਿੱਚ ਕੋਈ ਇੱਦਾਂ ਦਾ ਹੈ ਨਹੀਂਗਾ। ਸਮਾਂ ਸੌਖਾ ਹੋ ਗਿਆ ਸਾਨੂੰ, ਵਧੀਆ ਵਧੀਆ ਗੱਲ ਹੈ, ਆਪਾਂ ਸ਼ਬਦ ਲੱਭਣਾ ਕੋਈ ਵੀ ਆਪਾਂ ਝੱਟ ਸਰਚ ਕਰ ਲੈਂਦੇ ਹਾਂ, ਲੱਭ ਲੈਂਦਾ ਆ, ਪਤਾ ਲੱਗ ਜਾਂਦਾ ਕਿਹੜੇ ਅੰਗ ਤੇ ਆ। ਸੋ ਉੱਦਾਂ ਨਹੀਂ, ਬਿਨਾਂ ਗੁਰਬਾਣੀ ਤੋਂ, ਬਿਨਾਂ ਗੁਰਮਤ ਦੇ ਪੱਖ ਤੋਂ ਯੂਜ਼ ਕਰਨ ਤੋਂ ਬਿਨਾਂ ਹੋਰ ਬਾਕੀ ਕੰਮਾਂ ਲਈ ਗਰੇਜ਼ ਕਰਨਾ ਚਾਹੀਦਾ। ਬਿਲਕੁਲ ਨਹੀਂ, ਗੁਰੂ ਸਾਹਿਬ ਦੀ ਤਾਬਿਆ 'ਤੇ ਜਾਂ ਗੋਦ ਵਿੱਚ ਜਾਂ ਕਮਰੇ ਵਿੱਚ ਬੈਠ ਕੇ ਨਹੀਂ ਯੂਜ਼ ਕਰਨਾ ਚਾਹੀਦਾ ਫੋਨ। ਬਾਕੀ ਜਿਹੜਾ ਕੈਸ਼ ਦਾ ਆ ਉਹ ਦੇਖ ਲਈਦਾ ਕਈ ਵਾਰ, ਸਿਚੁਏਸ਼ਨ ਕਿੱਦਾਂ ਦੀ ਹੁੰਦੀ ਵੈਰੂ, ਉਹਦੇ ਹਿਸਾਬ ਨਾਲ ਆਪਾਂ ਨੂੰ ਕਰਨਾ ਚਾਹੀਦਾ। ਪਰ ਹਾਂ, ਜਿਹੜੀ ਆਪਾਂ ਬਿਲਕੁਲ ਹੇਰਾ ਫੇਰੀ ਜਾਂ ਚੋਰੀ ਦਾ ਨਹੀਂ ਕਰ ਸਕਦੇ, ਹੈ ਨਾ। ਕਈ ਵਾਰ ਇੱਦਾਂ ਹੁੰਦਾ ਆ, ਉਹ ਦੋਨਾਂ ਦੇ ਲਈ ਫੇਅਰ ਹੁੰਦੀ ਆ ਡੀਲ, ਤਾਂ ਉਹ ਹੋ ਵੀ ਜਾਂਦੀ ਹੈ, ਉਹਦੇ ਵਿੱਚ ਹੈ ਨਹੀਂ ਗੱਲ। ਪਰ ਥੋੜ੍ਹਾ ਜਿਹਾ ਹਾਲਾਤ ਦੇਖ ਕੇ ਕਿੱਦਾਂ ਦਾ ਹੁੰਦਾ, ਕਿੱਦਾਂ ਦਾ ਸਿਸਟਮ ਹੈ ਨਾ। ਆਪਾਂ ਇਹ ਵੀ ਨਹੀਂ ਵੀ ਹੁਣ ਆਪਾਂ ਟੈਕਸੀ ਚੋਰੀ ਕਰੀ ਚੱਲੀਏ ਨਾ, ਉਹ ਵੀ ਫਿਰ ਠੀਕ ਨਹੀਂ ਗੱਲ ਗੁਰਮਤਿ ਅਨੁਸਾਰ। ਸੋ ਆਪਣਾ ਜਿਹੜਾ ਕਿਸੇ ਦਾ ਹੱਕ ਆਪਾਂ ਬਿਲਕੁਲ ਮਾਰ ਨਹੀਂ ਸਕਦੇ, ਉਹ ਕਿਸੇ ਵੀ ਰੂਪ ਵਿੱਚ ਆ, ਉਹ ਦੇਣਾ ਚਾਹੀਦਾ ਬਿਲਕੁਲ ਸਾਨੂੰ। ਅੱਗੇ ਕੁਐਸਚਨ ਹੈਗਾ ਵੀ ਜਦੋਂ ਆਪਰੇਸ਼ਨ ਵਗੈਰਾ ਹੁੰਦਾ, ਸਰਜਰੀ ਹੁੰਦੀ ਆ, ਵਾਲ ਕੱਟੇ ਜਾਂਦੇ ਆ ਜਾਂ ਡਾਕਟਰ ਕੱਟਦੇ ਵੀ ਆ, ਜਾਂ ਕਈ ਵਾਰ ਕਈਆਂ ਦੀ ਸਿਰ ਦੀ ਸਰਜਰੀ ਹੁੰਦੀ ਆ, ਤੇ ਜਾਂ ਕਿਸੇ ਤਰ੍ਹਾਂ ਦੀ ਵੀ ਸਰਜਰੀ ਹੋਵੇ, ਤੇ ਉਹ ਕ੍ਰੈਤ ਵਿੱਚ ਹੈ ਨਹੀਂਗਾ ਵਾਹਿਗੁਰੂ ਜੀ। ਪਰ ਜਦੋਂ ਵੀ ਆਪਾਂ ਉਹ ਸਰਜਰੀ ਕਰਾ ਕੇ ਤੰਦਰੁਸਤ ਦੁਆਰਾ ਠੀਕ ਹੋ ਗਏ, ਆਪਾਂ ਨੂੰ ਪੇਸ਼ੀ ਦੇ ਲੈਣੀ ਚਾਹੀਦੀ ਆ। ਸੋ ਸਾਰੇ ਗੁਰਸਿੱਖ ਇੱਦਾਂ ਕਰਦੇ ਆ। ਉਹਦੇ ਵਿੱਚ ਇੱਦਾਂ ਹੁੰਦਾ ਆ ਵੀ ਰੋਮਾਂ ਦੀ ਬੇਅਬਦੀ ਤਾਂ ਹੋਈ ਆ ਨਾ, ਅਸੀਂ ਆਪਣੇ ਮਨ ਕਰਕੇ ਨਹੀਂ ਕੀਤੀ, ਪਰ ਸਾਡੀ ਮਜਬੂਰੀ ਬਣ ਗਈ ਉੱਥੇ। ਸੋ ਆਪਾਂ ਉੱਥੇ ਅੜਨਾ ਵੀ ਨਹੀਂਗਾ ਵੀ ਹਾਂ ਮੈਂ ਜੀ ਮੈਂ ਤਾਂ ਇੱਦਾਂ ਕਰਨਾ ਨਹੀਂ, ਮੈਂ ਇੱਦਾਂ ਨਹੀਂ ਕਟਾ ਨਹੀਂ ਸਕਦਾ। ਹੁਣ ਜੇ ਇੱਦਾਂ ਦੇਖੀਏ ਤਾਂ ਫਿਰ ਤਾਂ ਹੁਣ ਬੀਬੀਆਂ ਜਦੋਂ ਬੱਚੇ ਨੂੰ ਜਨਮ ਦਿੰਦੀਆਂ ਆ, ਉਦੋਂ ਵੀ ਰੋਮ ਕਤਲ ਉੱਥੇ ਹੁੰਦੇ ਆ, ਰਾਈਟ, ਸਰਜਰੀ ਕਰਨ ਤੋਂ ਪਹਿਲਾਂ। ਸੋ ਫਿਰ ਤਾਂ ਉਹ ਆਪਾਂ ਫਿਰ ਜੇ ਉਹ ਬੀਬੀਆਂ ਅੜ ਜਾਣ ਫਿਰ ਤਾਂ ਉਸ ਬੱਚੇ ਨੂੰ ਜਨਮ ਹੀ ਕਿੱਦਾਂ ਦੇਣਗੇ ਨਾ। ਸੋ ਇਸ ਕਰਕੇ ਉਹ ਕ੍ਰੈਤ ਵਿੱਚ ਹੈ ਨਹੀਂਗਾ, ਪਰ ਸੁਧਾਈ ਕਰਾ ਲੈਣੀ ਚਾਹੀਦੀ ਆ। ਸੋ ਇੱਦਾਂ ਬੀਬੀਆਂ ਵੀ ਬੱਚੇ ਨੂੰ ਵਰਤ ਤੋਂ ਬਾਅਦ ਸੁਧਾਈ ਕਰਾਉਂਦੀਆਂ ਆ, ਇੱਦਾਂ ਜੇ ਕਿਸੇ ਦੀ ਸਰਜਰੀ ਹੁੰਦੀ ਆ ਪੇਸ਼ੀ ਦੇ ਲੈਣੀ ਚਾਹੀਦੀ ਆ, ਉਹਦੇ ਵਿੱਚ ਸਾਡਾ ਆ ਉਹ ਸਾਰਾ ਕਲੀਅਰ ਹੋ ਜਾਂਦਾ ਆ। ਕਿਉਂ ਰੋਮਾਂ ਦੀ ਬੇਅਬਦੀ ਤਾਂ ਹੋਈ ਆ, ਭਾਵੇਂ ਸਾਡੀ ਕ੍ਰੈਤ, ਅਸਲ ਕ੍ਰੈਤ ਉਹ ਹੁੰਦੀ ਜਿਹੜੀ ਆਪਾਂ ਮਨੋਂ ਕੀਤੀ ਆ, ਅਸੀਂ ਮਨੋਂ ਤਾਂ ਨਹੀਂ ਕੀਤੀ ਪਰ ਹੋਈ ਤਾਂ ਹੈ ਨਾ, ਇਸ ਕਰਕੇ ਪੇਸ਼ੀ ਦੇ ਲੈਣੀ ਚਾਹੀਦੀ ਆ। ਅਤੇ ਉਹ ਸਾਡਾ ਉਹ ਫਿਰ ਕੋਈ ਕਰਮ ਇਸ ਤਰ੍ਹਾਂ ਇੱਦਾਂ ਸਾਡਾ ਨਹੀਂ ਬਣਦਾ। ਸੋ ਇਹ ਪੇਸ਼ੀ ਜ਼ਰੂਰੀ ਆ ਵਾਹਿਗੁਰੂ ਜੀ। ਅਤੇ ਦਸਤਾਰ ਬਾਰੇ ਇੱਦਾਂ ਆ ਵਾਹਿਗੁਰੂ ਜੀ, ਜਿਹੜੀਆਂ ਹਾਂਜੀ ਬਿਲਕੁਲ ਦੋ ਬਣਨੀਆਂ ਚਾਹੀਦੀਆਂ। ਆਪਾਂ ਪਹਿਲਾਂ ਜੇ ਥੱਲੇ ਬੰਨ੍ਹ ਲਈਏ ਨਾ ਜੂੜੇ ਦੇ ਨਾਲ ਥੋੜ੍ਹਾ ਜਿਹਾ, ਜੇ ਕਈ ਤਾਂ ਹੁਣ ਪੱਗ ਬੰਨ੍ਹਦੇ ਆ, ਕਈ ਦਮਾਲਾ ਬੰਨ੍ਹਦੇ ਸਿੰਘ, ਹੈ ਨਾ। ਜਿਹੜੇ ਦਮਾਲਾ ਬੰਨ੍ਹਦੇ ਉਹਨੂੰ ਤਾਂ ਕੋਈ ਮੁਸ਼ਕਿਲ ਨਹੀਂ, ਥੱਲੇ ਜੂੜੇ ਦੇ ਨਾਲ ਕੇਸਾਂ ਦੇ ਨਾਲ ਪਿੱਟ ਲੈਂਦੇ ਆ, ਜਿਹਨੂੰ ਬੁੰਗਾ ਕਹਿੰਦੇ ਆ। ਫਿਰ ਉੱਪਰ ਛੋਟਾ
ਕੇਸਕੀ ਵਾਂਗੂ ਛੋਟਾ ਕੱਪੜਾ ਬੰਨ੍ਹ ਕੇ ਤੇ ਉੱਪਰ ਫਿਰ ਵੱਡਾ ਦਮਾਲਾ ਬੰਨ੍ਹ ਲੈਂਦੇ ਆ। ਜਿਹੜੇ ਪੱਗ ਬੰਨ੍ਹਦੇ ਆ ਸਿੰਘ, ਉਹ ਵੀ ਇੱਦਾਂ ਹੀ ਕਰਦੇ ਆ, ਰਾਈਟ। ਕਈ ਜਿਹੜੇ ਆ ਫਿਰ ਨਾਲ ਜੂੜੇ ਨਾਲ ਥੋੜ੍ਹਾ ਜਿਹਾ ਕੱਪੜਾ ਲਪੇਟ ਕੇ ਥੱਲੇ ਕੇਸਕੀ ਬੰਨ੍ਹ ਕੇ ਉੱਪਰ ਫਿਰ ਦਸਤਾਰ ਪੱਗ ਸਜਾ ਲੈਂਦੇ ਆ। ਸੋ ਹਾਂਜੀ, ਦੋ ਜ਼ਰੂਰੀ ਆ, ਥੱਲੇ ਕੇਸਕੀ ਜ਼ਰੂਰੀ ਆ। ਬਿਲਕੁਲ ਸਾਡਾ ਜਿੰਨਾ ਵੀ ਦਸਮ ਦੌਰਾ ਢਕਿਆ ਹੋਊਗਾ ਉਨਾ ਹੀ ਸਰੀਰਕ ਪ੍ਰੋਟੈਕਸ਼ਨ ਵੀ ਆ ਅਤੇ ਆਤਮਿਕ ਵੀ ਹੈਗੀ ਆ, ਅਤੇ ਗੁਰੂ ਪਾਤਸ਼ਾਹ ਦਾ ਹੁਕਮ ਆ ਢੱਕ ਕੇ ਰੱਖਣਾ ਆ ਬਿਲਕੁਲ। ਅਤੇ ਦੋ ਦਸਤਾਰਾਂ ਹਾਂਜੀ ਜ਼ਰੂਰੀ ਆ, ਕੇਸਕੀ ਅਤੇ ਦਸਤਾਰ ਜ਼ਰੂਰੀ ਆ, ਚਾਹੇ ਉਹ ਕੇਸਕੀ ਦੇ ਦਮਾਲਾ ਆ, ਚਾਹੇ ਉਹ ਕੇਸਕੀ ਦੇ ਦਸਤਾਰ ਆ, ਉਹ ਜ਼ਰੂਰੀ ਆ ਵਾਹਿਗੁਰੂ ਜੀ। ਹੈਲਮਟ ਜਿਹੜਾ ਉਹ ਵਾਹਿਗੁਰੂ ਜੀ, ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਨਾ ਆਪਣੀ ਸੇਫਟੀ ਦੇ ਵਿੱਚ, ਉਹ ਕਰ ਲੈਣੀ ਚਾਹੀਦੀ ਆ। ਉਹ ਟੋਪੀ ਨਹੀਂ, ਉੱਥੇ ਸਾਨੂੰ ਕੱਟੜ ਤਾਂ ਨਹੀਂ ਦਿਖਾਉਣੀ ਚਾਹੀਦੀ। ਹੁਣ ਬਹੁਤ ਸਾਰੇ ਗੁਰਸਿੱਖ ਆ, ਉਹ ਕੰਸਟਰਕਸ਼ਨ ਸਾਈਟਾਂ 'ਤੇ ਕੰਮ ਕਰਦੇ ਆ, ਦਮਾਲਾ ਬੰਨ੍ਹਿਆ ਹੁੰਦਾ ਆ ਉੱਪਰ ਜੀ, ਉਹ ਹਾਰਡ ਹੈਟ ਲੈ ਲੈਂਦੇ ਆ, ਜਾਂ ਮੋਟਰਸਾਈਕਲ ਵਾਲਾ ਹੈਲਮਟ ਜਿਹੜਾ ਆ, ਰਾਈਟ। ਜੇ ਤਾਂ ਹੁਣ ਆਪਾਂ ਬਿਲਕੁਲ ਇਹ ਕੱਟੜਤਾ ਕਰ ਦਈਏ ਫਿਰ ਤਾਂ ਆਪਾਂ ਕੰਮ ਕਰਕੇ ਅਰਥ ਕਰ ਹੀ ਨਹੀਂ ਸਕਦੇ, ਪਰ ਜੇ ਸੇਫਟੀ ਦੇ ਲਈ ਪਾ ਲਈ ਆ ਤਾਂ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ। ਅਤੇ ਮੋਟਰਸਾਈਕਲ ਵਾਲੇ ਵੀ ਜੇ ਉੱਪਰੋਂ ਥੱਲੇ ਛੋਟੀ ਕੇਸਕੀ ਬੰਨ੍ਹ ਕੇ ਉੱਪਰ ਪਾ ਲੈਂਦੇ ਆ, ਉਹਦਾ ਕੋਈ ਇੱਦਾਂ ਦਾ ਨਹੀਂ ਹੈਗਾ। ਕਿਉਂ? ਸੇਫਟੀ ਵੀ ਦੇਖਣੀ ਆ ਨਾ। ਗੁਰੂ ਪਾਤਸ਼ਾਹ ਨੇ ਜਿਹੜੇ ਸਾਨੂੰ ਕਕਾਰ ਦਿੱਤੇ ਉਹ ਸੇਫਟੀ ਲਈ ਆ ਨਾ। ਹੁਣ ਜਦੋਂ ਸਿੰਘ ਲੜਦੇ ਸੀਗੇ, ਯੁੱਧ ਲੜਦੇ ਸੀਗੇ ਪੁਰਾਣੇ ਸਮਿਆਂ ਵਿੱਚ ਗੁਰੂ ਸਾਹਿਬ ਦੇ ਵੇਲੇ, ਉੱਪਰ 'ਚ ਲੋਹੇ ਦੀ ਸੰਜੋਗ ਪਾਈ ਜਾਂਦੀ ਸੀਗੀ ਦਮਾਲੇ ਦੇ ਉੱਪਰ 'ਚ, ਉਹ ਵੀ ਸੇਫਟੀ ਲਈ ਸੀਗੀ, ਹੈ ਨਾ। ਸੋ ਇਸ ਕਰਕੇ ਉਹਦੇ ਵਿੱਚ ਨਹੀਂ ਆਪਾਂ ਨੂੰ ਕੋਈ ਭਰਮ ਕਰਨਾ। ਅਤੇ ਹਾਂ, ਜੇ ਹੁਣ ਦੇਖੋ ਪਲੇਨ ਦੇ ਵਿੱਚ ਸਫ਼ਰ ਕਰਦਿਆਂ ਨੂੰ ਕਿਰਪਾਨ ਲਾਉਣੀ ਪੈਂਦੀ ਆ, ਉੱਥੇ ਹੁਣ ਆਪਾਂ ਜੇ ਕਹੀਏ ਵੀ ਨਹੀਂ ਮੇਰੇ ਤਾਂ ਉਹ ਕਕਾਰ ਵਿਸਰ ਗਏ, ਨਹੀਂ, ਉਹ ਅਰਦਾਸ ਕਰਕੇ ਆਪਾਂ ਕਰ ਲਈਦਾ। ਇੱਦਾਂ ਹੀ ਅਰਦਾਸ ਕਰਕੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਕੇ ਜਿਹੜਾ ਇੱਦਾਂ ਹੈਲਮਟ ਲੈਣਾ ਹੈ ਉਹ ਲੈ ਸਕਦੇ ਹਾਂ। ਉਹਦੇ ਵਿੱਚ ਕੋਈ ਆਪਾਂ ਨੂੰ ਇਸ ਤਰ੍ਹਾਂ ਦਾ ਹੈ ਨਹੀਂ ਗਾ। ਹਾਂ, ਕੱਟੜਤਾ ਪਾਉਣ ਵਿੱਚ ਨਹੀਂ ਜਾਣਾ ਸੀ, ਇਹ ਪਿਆਰ ਦੀ ਖੇਡ ਆ ਵਾਹਿਗੁਰੂ ਜੀ। ਗੁਰੂ ਪਾਤਸ਼ਾਹ ਅੰਗ ਸੰਗ ਨੇ ਸਾਡੀ ਜਿਹੜੀ ਇਸ ਤਰ੍ਹਾਂ ਦੀ ਸੇਫਟੀ ਦੇ ਲਈ ਸਾਡੀ ਮਜਬੂਰੀ ਆ, ਉੱਥੇ ਗੁਰੂ ਪਾਤਸ਼ਾਹ ਕਦੇ ਨਾਰਾਜ਼ ਨਹੀਂ ਹੁੰਦੇ ਹੈਗੇ। ਮੋਬਾਈਲ ਫੋਨ ਜਾਂ ਨਿਊਜ਼ਪੇਪਰ ਨੂੰ ਦੇਖਣਾ ਸੁਰਤੀ ਦੇ ਮਾਰਗ ਵਿੱਚ ਵਾਹਿਗੁਰੂ ਜੀ ਬਹੁਤ ਵੱਡੀ ਰੁਕਾਵਟ ਆ। ਇਹ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ। ਅਤੇ ਕੁਛ ਪੰਥ ਰਿਲੇਟਡ ਜਿਹੜੀਆਂ ਗੱਲਾਂ ਕਈ ਵਾਰ ਦੇਖਣੀਆਂ ਵੀ ਪੈਂਦੀਆਂ, ਮੂਹਰੇ ਆ ਜਾਂਦੀਆਂ, ਅਤੇ ਪਰ ਬਚਣਾ ਚਾਹੀਦਾ। ਸੁਰਤੀ ਦੇ ਵਿਕਾਸ 'ਚ ਰੁਕਾਵਟ ਆ ਇਹ ਚੀਜ਼ਾਂ। ਹਾਂ ਬਿਲਕੁਲ, ਜਿਹੜੀ ਗੰਦਾ ਕਲਚਰ ਸਿਸਟਮ ਆ, ਜੋ ਮਾੜੀਆਂ ਚੀਜ਼ਾਂ, ਉਹ ਤਾਂ ਬਿਲਕੁਲ ਨਹੀਂ। ਟੀ ਵੀ ਅਤੇ ਫੋਨ ਦੇ ਵਿੱਚ, ਚਾਹੇ ਟੀ ਵੀ ਵਿੱਚ ਇੱਕੋ ਗੱਲ ਆ, ਅਤੇ ਨਿਊਜ਼ਪੇਪਰ ਵੀ। ਪਰ ਜੇ ਕੁਛ ਗੁਰਮਤਿ ਅਨੁਸਾਰ ਠੀਕ ਆ, ਥੋੜ੍ਹੀ ਬਹੁਤੀ ਖਬਰ ਆਪਾਂ ਪੜ੍ਹ ਸਕਦੇ ਹਾਂ। ਖਬਰਾਂ 'ਤੇ ਗੁਰੂ ਪਾਤਸ਼ਾਹ ਕੁਛ ਨਹੀਂ ਕਹਿੰਦੇ, ਨਿਊਜ਼ ਆਪਾਂ, ਕਿਉਂ ਗੁਰੂ ਪਾਤਸ਼ਾਹ ਨੇ ਇਹ ਵੀ ਕਿਹਾ ਅਲਰਟ ਰਹਿਣਾ ਨਾ, ਆਲੇ ਦੁਆਲੇ ਨਿਊਜ਼ ਕਿੱਦਾਂ ਦੀ ਚੱਲਦੀ ਆ, ਤੁਹਾਨੂੰ ਆਪਣੇ ਪੰਥ ਬਾਰੇ ਪਤਾ ਹੋਣਾ ਚਾਹੀਦਾ ਕੀ ਚੱਲ ਰਿਹਾ ਪੰਥ ਵਿੱਚ, ਹੈ ਨਾ। ਸੋ ਪਰ ਜਿਹੜਾ ਸੁਰਤੀ ਵਿੱਚ ਲੱਗ ਜਾਂਦਾ ਆ, ਉਹਦੀਆਂ ਇਹ ਚੀਜ਼ਾਂ ਵੈਸੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਆਪੇ ਘਟਾ ਦਿੰਦੇ ਆ। ਘਟਣਾ ਚਾਹੀਦਾ ਆ। ਸੁਰਤੀ ਵਧਾਉਣ ਦੇ ਲਈ ਇਹ ਚੀਜ਼ਾਂ ਘਟਾਉਣੀਆਂ ਚਾਹੀਦੀਆਂ, ਬਿਲਕੁਲ ਬੰਦ ਹੋਣੀਆਂ ਚਾਹੀਦੀਆਂ। ਓਨਾ ਹੀ ਸਾਡਾ ਧਿਆਨ ਵੱਧਦਾ ਆ, ਨਹੀਂ ਤਾਂ ਧਿਆਨ ਖਿੰਡਦਾ ਆ ਨਾ ਚੀਜ਼ਾਂ ਨਾਲ, ਫੋਨ ਵਗੈਰਾ ਦੇਖਣ ਨਾਲ। ਸੋ ਇਸ ਤਰ੍ਹਾਂ ਵਾਹਿਗੁਰੂ ਸਤਿਗੁਣੀ ਭੋਜਨ ਵਾਹਿਗੁਰੂ ਜੀ, ਜਿਹੜਾ ਵੀ ਆਪਾਂ ਵਾਹਿਗੁਰੂ ਦਾ ਨਾਮ ਜਪ ਕੇ ਛਕਦੇ ਆ ਨਾ, ਗੁਰੂ ਪਾਤਸ਼ਾਹ ਦਾ ਨਾਮ ਜਪਦੇ ਹੋਏ ਬਣਾਉਂਦੇ ਆ, ਉਹ ਛਕਦੇ ਆ, ਉਹ ਸਤਿਗੁਣੀ ਭੋਜਨ ਆ। ਖਾਣਾ ਪੀਣਾ ਸਭ ਪਵਿੱਤਰ ਹੈ। ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਦੇ ਉਹਨਾਂ ਦਾ ਖਾਣਾ ਪੀਣਾ ਸਾਰਾ ਪਵਿੱਤਰ ਆ। ਸੋ ਉਹਦੇ ਵਿੱਚ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਭਰਮ ਨਹੀਂ ਕਰਨਾ ਚਾਹੀਦਾ। ਅੱਗੇ ਹੈਗਾ ਆ ਵੀ ਵਿਵੇਕ ਬੁੱਧ ਜਿਹੜੀ ਆ ਵਾਹਿਗੁਰੂ ਜੀ, ਬਿਬ ਪਲੱਸ ਏਕ, ਜਿਹੜੀ ਬੁੱਧ ਸਿਰਫ ਇੱਕ ਨੂੰ ਜਾਣਦੀ ਆ, ਇੱਕ ਦੇ ਬਾਰੇ ਜਿਹਨੂੰ ਨੌਲੇਜ ਆ, ਇੱਕ ਵਾਹਿਗੁਰੂ ਦੇ ਬਾਰੇ ਜਿਹਨੂੰ ਗਿਆਨ ਆ, ਉਹਨੂੰ ਵਿਵੇਕ ਬੁੱਧ ਕਹਿੰਦੇ ਆ। ਵਿਵੇਕ ਬੁੱਧ ਜਿਹੜੀ ਆ ਉਹ ਸਤਿਗੁਰੂ ਤੋਂ ਮਿਲਦੀ ਆ, ਗੁਰੂ ਪਾਤਸ਼ਾਹ ਤੋਂ ਮਿਲਦੀ ਆ। ਗੁਰੂ ਪਾਤਸ਼ਾਹ ਵਿਵੇਕੀ ਸਾਨੂੰ ਬਣਾਉਂਦੇ ਆ ਬੁੱਧ ਕਰਕੇ। ਉਹ ਜਿਹੜਾ ਬਾਹਰਲਾ ਸਿਸਟਮ ਸਾਡੇ ਚੱਲਿਆ ਕਈ ਹੈ ਨਾ, ਇਹ ਸੰਸਥਾਵਾਂ ਬਣੀਆਂ ਇੱਦਾਂ ਦੀਆਂ, ਉਹ ਤਾਂ ਬਿਲਕੁਲ ਠੀਕ ਨਹੀਂ ਗੁਰਮਤਿ ਅਨੁਸਾਰ। ਹਾਂ, ਅਸੀਂ ਬੁੱਧ ਕਰਕੇ ਅਸੀਂ ਆਪਣੇ ਅੰਦਰ ਗਿਆਨ ਗੁਰੂ ਪਾਤਸ਼ਾਹ ਦਾ ਲਿਆ ਕੇ ਵਿਵੇਕੀ ਬਣਨਾ ਆ, ਵਿਵੇਕ ਬੁੱਧ ਧਾਰਨ ਕਰਨੀ ਆ। ਗੁਰੂ ਪਾਤਸ਼ਾਹ ਵਾਲੇ ਗੁਣ, ਵਾਹਿਗੁਰੂ ਵਾਲੇ ਗੁਣ, ਰੱਬ ਵਾਲੇ ਗੁਣ, ਗੁਰਬਾਣੀ ਵਾਲੇ ਗੁਣ ਲੈ ਕੇ ਆਉਣੇ ਆ, ਉਹ ਵਿਵੇਕ ਬੁੱਧ ਹੈ ਵਾਹਿਗੁਰੂ ਜੀ। ਸੋ ਜਿੱਦਾਂ ਦਾ ਵਾਹਿਗੁਰੂ ਦਾ ਸੁਭਾਅ ਆ ਉੱਦਾਂ ਦਾ ਬਣਾਉਣਾ ਆ, ਉੱਦਾਂ ਦੀ ਬੁੱਧ ਮੱਤ ਬਣਾਉਣੀ ਆ। ਉਹ ਗੁਰੂ ਪਾਤਸ਼ਾਹ ਕਿਰਪਾ ਕਰਕੇ ਗੁਰਬਾਣੀ ਦੀ ਵਿਚਾਰ ਦੇ ਵਿੱਚੋਂ ਸਾਨੂੰ ਹੌਲੀ ਹੌਲੀ ਸਾਡਾ ਸੁਭਾਅ ਚੇਂਜ ਕਰਕੇ ਉੱਦਾਂ ਦਾ ਬਣਾਉਂਦੇ ਆ। ਸੋ ਉਹਨੂੰ ਵਿਵੇਕ ਬੁੱਧ ਕਹਿੰਦੇ ਵਾਹਿਗੁਰੂ ਜੀ। ਮਨਮੁਖ ਦੇ ਸਿਰ 'ਤੇ ਦੋ ਜਮਦੂਤ ਹੁੰਦੇ, ਹਾਂਜੀ ਬਿਲਕੁਲ ਹੁੰਦੇ ਆ ਜੀ, ਬਿਲਕੁਲ ਹੁੰਦੇ ਆ। ਤਿੰਨਾਂ ਉੱਪਰ ਜੰਮਦਾ ਦੰਡ ਕਰਾਰਾ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਉਹ ਨਾਲ ਹਰੇਕ ਦੇ ਰਹਿੰਦੇ ਆ, ਅੰਦਰ ਆ ਹਰੇਕ ਦੇ, ਅਤੇ ਉਹਨਾਂ ਦੇ ਉੱਪਰ ਜਮਾਂ ਦੀ ਸਰਕਾਰ ਆ, ਜਮਾਂ ਦੇ ਉੱਪਰ ਧਰਮਰਾਜ ਆ। ਸੋ ਗੁਰੂ ਪਾਤਸ਼ਾਹ ਕਹਿੰਦੇ ਆ ਵੀ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਜਿਹੜੇ ਵੀ ਰੱਬ ਤੋਂ ਬਿਨਾਂ ਦੂਜੇ ਪਿਆਰ ਵਿੱਚ, ਦੂਜੇ ਡਰ ਵਿੱਚ, ਦੂਜੇ ਪਾਸੇ ਲੱਗੇ ਹੋਏ ਆ, ਰੱਬ ਤੋਂ ਛੱਡ ਕੇ ਰੱਬ ਨੂੰ ਮਾਇਆ ਦੁਆਲੇ ਲੱਗੇ ਹੋਏ ਆ, ਜੋ ਵੀ ਨਾਸਬੰਦ ਹੈਗਾ ਆ ਸਿਸਟਮ ਚੱਲ ਰਿਹਾ, ਉਹਦੇ ਮਗਰੀ ਦੌੜ ਲੱਗੀ ਉਹ ਆ। ਲਿਵ ਤੇ ਧਾਤ ਦੋਏ ਰਾਹ ਹੈ,
ਗੁਰੂ ਪਾਤਸ਼ਾਹ ਕਹਿੰਦੇ ਲਿਵ ਧਾਰ ਦੋ ਰਾਹ ਹੈ ਹੁਕਮੀ ਕਾਰ ਕਮਾਏ। ਤੇ ਜਿਹੜਾ ਲਿਵ ਨੂੰ ਛੱਡ ਕੇ ਧਾਤ ਦੁਆਲੇ ਲੱਗਿਆ ਆ, ਸੰਸਾਰਕ ਸੰਸਾਰ ਦੇ ਵਿੱਚ ਖਚਤ ਕੀਤਾ ਆਪਣੇ ਆਪ ਨੂੰ, ਉਹਨੂੰ ਉਹਨਾਂ ਦੇ ਉੱਪਰ ਧਰਮਰਾਜ ਦਾ ਜਮਦੂਤ ਦਾ ਹੁਕਮ ਆ, ਔਰ ਜਮਦੂਤ ਹਮੇਸ਼ਾ ਉਹਦੇ ਨਾਲ ਰਹਿੰਦਾ ਆ। ਜਿਹੜਾ ਗੁਰਸਿੱਖ ਆ ਉਹਦੇ ਨਾਲ ਗੁਰੂ ਪਾਤਸ਼ਾਹ ਆਪ ਰਹਿੰਦੇ ਆ, ਸ਼ਹੀਦ ਸਿੰਘ ਰਹਿੰਦੇ ਆ। ਸੋ ਇਹੀ ਤਾਂ ਫਰਕ ਆ ਸਾਨੂੰ ਅੰਮ੍ਰਿਤ ਛਕਦੇ ਸਾਰੇ, ਇਹੀ ਤਾਂ ਬੈਨੀਫਿਟ ਮਿਲਦਾ ਨਾ। ਅੰਮ੍ਰਿਤ ਛਕਦੇ ਸਾਰ ਹੀ ਜਮਦੂਤਾਂ ਤੋਂ ਖਹਿੜਾ ਛੁੱਟ ਜਾਂਦਾ, ਜਮਦੂਤ ਚਲੇ ਜਾਂਦੇ ਆ, ਮੁੜ ਜਾਂਦੇ ਆ, ਤੇ ਗੁਰੂ ਪਾਤਸ਼ਾਹ ਆਪਣੇ ਕਲਾਵੇ ਵਿੱਚ ਲੈ ਲੈਂਦੇ ਆ। ਅੱਗੇ ਭਰਮ ਬਾਰੇ ਸਵਾਲ ਆ ਜੀ। ਭਰਮ ਗੁਰੂ ਪਾਤਸ਼ਾਹ ਕਹਿੰਦੇ ਆ ਵੀ ਭਰਮ ਭੁੱਲੀ ਦੁਹਾਗਣੀ ਰੰਡ ਬੈਠੀ ਦੂਜੇ ਭਾਏ। ਜਿਹੜਾ ਰੱਬ ਨੂੰ ਛੱਡ ਕੇ, ਉਹੀ ਗੱਲ ਨਾ, ਜਿਹੜਾ ਰੱਬ ਨੂੰ ਛੱਡ ਕੇ ਦੂਜੇ ਪਾਸੇ ਲੱਗਾ ਆ, ਦੁਨੀਆ 'ਚ ਖਚਤਿਆ, ਮਾਇਆ 'ਚ ਖਚਤਿਆ, ਰੱਬ ਤੋਂ ਉਲਟੇ ਪਾਸੇ ਚੱਲ ਰਿਹਾ ਆ, ਉਹ ਭਰਮ ਆ, ਉਹ ਭਰਮ ਵਿੱਚ ਆ। ਕਿ ਉਹ ਭਰਮ ਦੇ ਭੁਲੇਖੇ ਵਿੱਚ ਆ ਜੀਵਨ ਬਤੀਤ ਕਰ। ਉਹ ਇਸ ਦੁਨੀਆ ਨੂੰ, ਇਸ ਜੀਵਨ ਨੂੰ, ਸਰੀਰ ਨੂੰ, ਮਾਇਆ ਨੂੰ, ਸੰਸਾਰ ਨੂੰ, ਕੰਮਕਾਰ ਨੂੰ, ਧੰਦਿਆਂ ਨੂੰ, ਜਾਂ ਪੈਸੇ ਨੂੰ, ਤੇ ਪੈਸੇ ਮਗਰ ਦੌੜ ਆ ਸਾਰੀ ਦੁਨੀਆ ਦੀ, ਜਾਂ ਸਰੀਰ ਦੀਆਂ ਇਹ ਲੋੜਾਂ ਪੂਰੀਆਂ ਕਰਨ ਤੱਕ ਦੌੜ ਆ। ਉਹ ਜਿਹੜਾ ਇਸ ਤਰ੍ਹਾਂ ਦਾ ਲਾਈਫ ਜੀ ਰਿਹਾ, ਜੀਵਨ ਜੀ ਰਿਹਾ, ਉਹ ਭਰਮ ਵਿੱਚ ਆ। ਕਿਉਂ ਭਰਮ ਨੂੰ ਇਹ ਆ ਵੀ ਆਹੀ ਸੱਚ ਆ, ਪਰ ਇਹ ਸੱਚ ਹੈ ਨਹੀਂਗਾ, ਇਹ ਇੱਕ ਸੁਪਨਾ ਆ। ਗੁਰੂ ਪਾਤਸ਼ਾਹ ਕਹਿੰਦੇ ਆ ਇਹ 4 ਦਿਨ ਦਾ ਸੁਪਨਾ ਆ, ਜਦੋਂ ਸੁਪਨਾ ਪੂਰਾ ਹੋ ਗਿਆ, ਜਾਗ ਖੁੱਲ੍ਹ ਗਏ, ਫੇਰ ਤੈਨੂੰ ਪਤਾ ਲੱਗਣਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਜਾਂ ਮੂਡ ਮਿਲ ਲੱਗੇ। ਜਦੋਂ ਆ ਕੇ ਜਮਦੂਤ ਡੰਡਾ ਮਾਰਦਾ ਵੀ ਚੱਲ ਭਾਈ, ਫਿਰ ਉਹ ਭਰਮ ਟੁੱਟਦਾ, ਫਿਰ ਉਹ ਭਰਮ 'ਚੋਂ ਨਿਕਲਦਾ ਆ। ਸੋ ਵਾਹਿਗੁਰੂ ਤੋਂ ਬਿਨਾਂ ਮੇਰਾ ਨਾਮ ਨਹੀਂ ਜਪ ਰਹੇ, ਨਹੀਂ ਪਤਾ ਲੱਗਾ, ਨਹੀਂ ਖੇਡ ਸਮਝ ਰਹੇ, ਨਹੀਂ ਗੁਰੂ ਪਾਤਸ਼ਾਹ ਦੀ ਗੱਲ ਮੰਨ ਰਹੇ, ਉਹ ਭਰਮ ਵਿੱਚ ਨੇ, ਭੁਲੇਖੇ ਵਿੱਚ ਨੇ। ਅਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਇਹੀ ਆ ਵੀ ਭੁਲੇਖੇ ਵਿੱਚ, ਭਰਮ ਵਿੱਚ ਦੁਨੀਆ ਸਾਰੀ ਆਪਣਾ ਸਮਾਂ ਖਰਾਬ ਕਰ ਰਹੀ ਹੈ। ਅੱਗੇ ਸਵਾਲ ਹੈ ਭਾਈ ਸਾਹਿਬ ਦਾ ਵੀ ਸਹਿਜਧਾਰੀ ਸਿੱਖ ਕੌਣ ਹੁੰਦੇ ਆ। ਵਾਹਿਗੁਰੂ ਜੀ, ਇਹ ਤਾਂ ਅਸੀਂ ਆਪਣੇ ਕੋਲੋਂ ਕੈਟਾਗਰੀ ਬਣਾਈ ਹੋ ਆ। ਸਹਿਜਧਾਰੀ ਮਤਲਬ ਉਹਨਾਂ ਦਾ ਕਹਿਣ ਦਾ ਇਹ ਆ ਵੀ ਅਸੀਂ ਹੌਲੀ ਹੌਲੀ ਸਿੱਖੀ ਵੱਲ ਨੂੰ ਆ ਰਹੇ ਹਾਂ। ਹੁਣ ਉਹ ਹੌਲੀ ਹੌਲੀ ਕਰਦੇ ਕਰਦੇ ਉਮਰੇ ਲੰਘ ਜਾਂਦੀ ਆ, ਸਹਿਜਧਾਰੀ ਹੀ ਮਰ ਜਾਂਦੇ। ਪਰ ਸਹਿਜ ਸ਼ਬਦ ਦਾ ਮਤਲਬ ਤਾਂ ਬਹੁਤ ਉੱਚਾ ਆ। ਜੇ ਅਸਲੀ ਸਹਿਜਧਾਰੀ ਦੇਖੀਏ ਸਿੱਖ, ਅੱਜ ਕੱਲ੍ਹ ਤਾਂ ਹੈਗੇ ਜਿਨ੍ਹਾਂ ਨੇ ਦਾੜੀ ਕੇਸ ਨਹੀਂ ਰੱਖੇ, ਅੰਮ੍ਰਿਤ ਨਹੀਂ ਛਕਿਆ, ਮਨ ਮਰਜ਼ੀਆਂ ਕਰਦੇ, ਉਹਨਾਂ ਨੂੰ ਸਹਿਜਧਾਰੀ ਕਹਿੰਦੇ ਆ। ਪਰ ਜੇ ਅਸਲੀ ਸਹਿਜ ਦੇਖੀਏ ਤਾਂ ਸਹਿਜ ਦੀ ਅਵਸਥਾ ਚੌਥੇ ਪਦ ਦੀ ਅਵਸਥਾ ਆ, ਮਲਾਪ ਦੀ ਅਵਸਥਾ ਆ, ਜਿੱਥੇ ਜਾ ਕੇ ਇੱਕ ਗੁਰਸਿੱਖ ਗੁਰੂ ਪਾਤਸ਼ਾਹ ਨੂੰ, ਵਾਹਿਗੁਰੂ ਨੂੰ ਮਿਲ ਪੈਂਦਾ ਆ, ਉਹ ਆ ਸਹਿਜ ਅਸਲੀ। ਅਤੇ ਜਿਹੜਾ ਸੱਚਖੰਡ ਚੱਲ ਜਾਂਦਾ ਆ, ਸੱਚਖੰਡ ਦੀ ਅਵਸਥਾ, ਸੱਚਖੰਡ ਜਾਣਾ ਆਉਣਾ ਚੱਲ ਜਾਂਦਾ, ਜਿਹੜਾ ਖੁੱਲ੍ਹ ਜਾਂਦਾ ਆ, ਉਹ ਸੱਚਖੰਡ ਬਾਰੇ ਵੀ ਗੁਰੂ ਪਾਤਸ਼ਾਹ ਨੇ ਕਹਿੰਦੇ ਸਹਿਜ ਕੀ ਕਥ ਕਥਾ ਹੈ ਨਿਰਾਲੀ, ਤੁਲਨੇ ਚੱਡੇ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਉਹ ਸਹਿਜ ਦੀ ਤਾਂ ਕਥਾ ਹੀ, ਕਹਾਣੀਆਂ ਕਥ ਆ ਨਾ, ਉਹ ਤਾਂ ਕਥਿਆਂ ਤੋਂ, ਬਿਆਨ ਤੋਂ ਬਾਹਰ ਆ, ਐਡੀਆਂ ਬਖਸ਼ਿਸ਼ਾਂ ਵਾਲੀ ਅਵਸਥਾ ਆ ਉਹ। ਅਤੇ ਅਸੀਂ ਹਾਲੇ ਕੀਤਾ ਕੁਛ ਨਹੀਂ ਗਾ, ਉਹਦੇ ਨਾਂ ਰੱਖ ਲਿਆ ਸਹਿਜਧਾਰੀ। ਸੋ ਇਹ ਆਪਣੇ ਕੋਲੋਂ ਬਣਾਇਆ ਗਿਆ ਵਾਹਿਗੁਰੂ ਜੀ। ਅਤੇ ਗੁਰੂ ਪਾਤਸ਼ਾਹ ਜਿਹੜਾ ਨਹੀਂ ਗੁਰਮਤਿ ਨੂੰ ਤੁਰਿਆ, ਉਹਨੂੰ ਮਨਮੁਖ ਜਾਂ ਸਾਖਤ ਕਹਿੰਦੇ ਆ। ਸੋ ਅਸੀਂ ਉਹ ਸ਼ਬਦ ਕਹਿਣਾ ਸਾਨੂੰ ਚੁੱਭਦਾ ਆ, ਔਖਾ ਲੱਗਦਾ ਆ, ਉਹ ਸਹਿਜਧਾਰੀ ਰੱਖ ਲਿਆ। ਪਰ ਇਹ ਅਸਲ ਵਿੱਚ ਸਹਿਜ ਦੀ ਅਵਸਥਾ ਤਾਂ ਵਾਹਿਗੁਰੂ ਦੇ ਮਿਲਾਪ ਦੀ ਅਵਸਥਾ ਆ, ਰੱਬ ਦੀ ਅਵਸਥਾ ਆ, ਚੌਥੇ ਪਦ ਦੀ ਅਵਸਥਾ ਆ। ਤਿੰਨਾਂ ਗੁਣਾਂ ਵਿੱਚ ਸਾਰੀ ਦੁਨੀਆ ਜੀਂਦੀ ਆ, ਚੌਥੇ ਪਦ ਦੇ ਵਿੱਚ ਗੁਰਸਿੱਖ ਜੀਂਦਾ, ਜਿਹੜਾ ਨਾਮ ਨਾਲ ਜੁੜ ਗਿਆ, ਜਿਹਨੂੰ ਬਖਸ਼ਿਸ਼ ਹੋ ਗਈ ਗੁਰੂ ਪਾਤਸ਼ਾਹ ਦੀ, ਜਿਹੜਾ ਚੌਥੇ ਪਦ 'ਚ ਪਹੁੰਚ ਗਿਆ ਨਾ, ਉਹ ਇਹਨਾਂ ਸਾਰਿਆਂ ਤੋਂ ਉੱਪਰਲੀ ਅਵਸਥਾ ਆ ਵਾਹਿਗੁਰੂ ਜੀ। ਬਾਕੀ ਸੀਗਾ ਵੀ ਬਾਹਰੋਂ ਜਿੱਥੇ ਵੀ ਬਣਾਉਂਦੇ ਆ, ਮੈਕਡੋਨਲਡ ਵਗੈਰਾ ਤੋਂ ਛਕ ਸਕਦੇ। ਹਾਂਜੀ ਵਾਹਿਗੁਰੂ, ਉਹਦੇ ਵਿੱਚ ਆਪਾਂ ਕੋਈ ਵਹਿਮ ਨਹੀਂ ਕਰਨਾ, ਛਕ ਸਕਦੇ ਹਾਂ। ਹੁਣ ਜੇ ਆਪਾਂ ਕਹੀਏ ਮਨਮੁਖ ਬਣਾਉਂਦੇ ਆ, ਤਾਂ ਫਿਰ ਸਾਰੀ ਦੁਨੀਆ ਮਨਮੁਖ ਹੀ ਤਿਆਰ ਕਰਦੀ ਆ। ਹੁਣ ਜੇ ਉਹ ਫੂਡ ਨੂੰ, ਭੋਜਨ ਨੂੰ ਤਿਆਰ ਕਰਨ ਵਾਲਾ ਵੀ ਮਨਮੁਖ ਹੈ, ਫਿਰ ਆਪਾਂ ਖਾਵਾਂਗੇ ਕਿੱਥੋਂ, ਹੈ ਨਾ। ਅਤੇ ਆਪਾਂ ਤਾਂ ਹੱਕ ਦਾ ਖਾਣਾ ਆ, ਪੈਸੇ ਦੇ ਕੇ ਖਾਣਾ ਆ, ਉਹਦੇ ਵਿੱਚ ਨਹੀਂ ਕੋਈ ਭਰਮ ਇੱਦਾਂ ਦਾ ਕਰਨਾ। ਮੇਕ ਕੰਟੇਨ ਐਗ ਵਗੈਰਾ ਉਹ ਵੀ ਦੇਖ ਲੈਣਾ ਚਾਹੀਦਾ ਥੋੜ੍ਹਾ, ਪਰ ਉਹਦਾ ਕੋਈ ਐਡਾ ਬੜਾ ਚੱਕਰ ਨਹੀਂ ਹੈਗਾ ਵਾਹਿਗੁਰੂ ਜੀ। ਗੁਰੂ ਪਾਤਸ਼ਾਹ ਦੀ ਗੁਰਬਾਣੀ ਆਪ ਵਿਚਾਰੋ, ਆਪ ਤੁਹਾਨੂੰ ਸਮਝ ਲੱਗ ਜਾਣਾ ਆ। ਜਿਹੜੀ ਵੀ ਚੀਜ਼ ਆਪਾਂ ਖਾਂਦੇ ਹਾਂ ਉਹ ਜੀਵਤ ਖਾਂਦੇ ਹਾਂ। ਸੋ ਇਸ ਕਰਕੇ ਸਾਨੂੰ ਬ੍ਰਾਹਮਣ ਜਾਂ ਪੰਡਤ ਨਹੀਂ ਗੁਰੂ ਪਾਤਸ਼ਾਹ ਨੇ ਬਣਾਇਆ, ਇੱਕ ਬੜੀ ਵੱਖਰੀ ਨਿਆਰਾਪਨ ਦਿੱਤਾ ਗੁਰੂ ਪਾਤਸ਼ਾਹ ਨੇ ਸਾਨੂੰ। ਸੋ ਇਹ ਜਿੱਦਾਂ ਛੋਟੇ ਮੋਟੇ ਜਿਹੜੇ ਇੱਦਾਂ ਵਹਿਮ ਭਰਮ, ਉਹ ਨਹੀਂ ਕਰਨ ਦੀ ਲੋੜ ਸਾਨੂੰ ਹੈਗੀ ਨਾ। ਗੁਰੂ ਪਾਤਸ਼ਾਹ ਕਹਿੰਦੇ ਨਾਮ ਜਪ ਰਿਹਾ ਨਾ, ਤੇਰਾ ਖਾਧਾ ਪੀਤਾ ਸਾਰਾ ਪਵਿੱਤਰ ਆ ਬਸ। ਸੋ ਬਾਕੀ ਹੋਰ ਆਪ ਬਾਣੀ ਵਿਚਾਰਿਓ, ਤੁਹਾਨੂੰ ਆਪ ਗੁਰੂ ਪਾਤਸ਼ਾਹ ਨੇ ਸਾਰੀ ਗੱਲ ਸਮਝਾ ਦੇਣੀ ਆ। ਸੋ ਬਾਹਰੋਂ ਖਾਣ ਦਾ ਕੋਈ ਐਡਾ ਨਹੀਂ ਰੱਖਣਾ ਮਨ ਦੇ ਵਿੱਚ ਭਰਮ। ਹਾਂ, ਜਿੱਥੇ ਸ਼ਰਾਬ ਵਗੈਰਾ ਆ ਉੱਥੋਂ ਬਚਣਾ ਆ, ਜਿੱਥੇ ਮਨਮਤ ਹੋ ਰਹੀ ਬਿਲਕੁਲ ਹੈ ਨਾ, ਜਿੱਥੇ ਕੁਰੈਤਾਂ ਹੋ ਰਹੀਆਂ ਉੱਥੋਂ ਬਚਣਾ ਆ। ਬਾਕੀ ਤੁਹਾਡਾ ਅਗਲਾ ਸਵਾਲ ਵੀ ਇਹੀ ਆ, ਮਨਮੁਖ ਰਿਸ਼ਤੇਦਾਰਾਂ ਨੂੰ ਵਾਹਿਗੁਰੂ ਛੱਡ ਨਹੀਂ ਦੇਣਾ, ਆਪਾਂ ਮਿਲਣਾ ਆ, ਵਰਤਣਾ ਆ ਬਿਲਕੁਲ। ਉਹ ਤਾਂ ਹੁਣ ਆਪਾਂ ਉਹਨਾਂ ਨੂੰ ਮਿਲਾਂਗੇ, ਗੱਲਬਾਤ ਕਰਾਂਗੇ, ਆਉਂਦੇ ਜਾਂਦੇ ਰਵਾਂਗੇ, ਪ੍ਰਚਾਰ ਤਾਂ ਹੀ ਕਰਾਂਗੇ, ਤਾਂ ਹੀ ਉਹਨਾਂ ਨੂੰ ਵੀ ਆਪਾਂ ਚੇਂਜ ਕਰਾਂਗੇ। ਜੇ ਆਪਾਂ ਛੱਡ ਕੇ ਬਹਿ ਜਾਵਾਂਗੇ, ਫਿਰ ਤਾਂ ਆਪਾਂ ਉਹਨਾਂ ਨੂੰ ਕਦੀ ਗੁਰੂ ਪਾਤਸ਼ਾਹ ਦੇ ਦਰ ਨਾਲ ਜੋੜ ਹੀ ਨਹੀਂ ਸਕਦੇ ਨਾ। ਆਪਾਂ ਟਰਾਈ ਕਰਨੀ ਆ, ਬਾਕੀ ਜੋੜਨਾ ਤਾਂ ਗੁਰੂ ਪਾਤਸ਼ਾਹ ਨੇ ਆ।
ਆਪਾਂ ਪ੍ਰਚਾਰ ਤਾਂ ਕਰਨਾ, ਉਹਨਾਂ 'ਚ ਹੀ ਪ੍ਰਚਾਰ ਕਰਨਾ। ਹਾਂ, ਜਿਹੜੀਆਂ ਪਾਰਟੀਆਂ ਕਰਦੇ ਆ ਉਹ ਸ਼ਰਾਬਾਂ ਭੰਗੜੇ ਪੈਂਦੇ ਆ, ਉੱਥੇ ਬਿਲਕੁਲ ਨਹੀਂ ਜਾਣਾ। ਉੱਥੇ ਗੁਰਸਿੱਖ ਨੂੰ ਬਿਲਕੁਲ ਗੁਰੂ ਪਾਤਸ਼ਾਹ ਬਵਰਜਿਤ ਕਰਦੇ ਆ। ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਬਹੁਤ ਸਾਫ਼ ਲਿਖਿਆ ਆ ਵੀ ਬਿਲਕੁਲ ਨਹੀਂ ਉਹਨਾਂ ਥਾਵਾਂ 'ਤੇ ਜਾਣਾ ਜਿੱਥੇ ਕੁਰੈਤਾਂ ਹੋ ਰਹੀਆਂ, ਜਿੱਥੇ ਕੁਸੰਗਤ ਨਹੀਂ ਕਰਨੀ। ਜਿੱਥੇ ਕੁਸੰਗਤ ਹੋ ਰਹੀ ਹੈ, ਮੰਨ ਲਓ ਸੰਗਤ ਹੈਗੀ ਵੀ ਰੱਬ ਦਾ ਨਾਮ ਜਪਿਆ ਜਾ ਰਿਹਾ, ਜਿੱਥੇ ਉਹ ਤੋਂ ਉਲਟ ਕੰਮ ਹੋ ਰਿਹਾ, ਕੁਸੰਗਤ ਹੋ ਰਹੀ ਆ, ਉਹ ਸਖਤਾਂ ਵਾਲੇ ਕੰਮ, ਉਹ ਟੁੱਟੇ ਹੋਏ ਰੱਬ ਤੋਂ ਬੰਦੇ ਜੋ ਕੁਝ ਕਰ ਰਹੇ ਆ, ਉਹਨਾਂ ਤੋਂ ਬਚਣਾ, ਉੱਥੇ ਨਹੀਂ ਜਾਣਾ। ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਆ, ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਮੇਰੇ ਵਾਹਿਗੁਰੂ, ਮੈਨੂੰ ਮੇਰੇ ਕੰਨਾਂ ਨਾਲ ਜਿਹੜੇ ਸਾਕਤ ਗੀਤ ਸੁਣਦੇ ਆ, ਗਾਉਂਦੇ ਆ, ਬੋਲਦੇ ਆ, ਡੀਜੇ ਵਗੈਰਾ ਲੱਗੇ ਹੋ, ਮੈਨੂੰ ਇਹ ਨਾ ਸੁਣਾਈ। ਇਹ ਜਿਹੜਾ ਰੱਬ ਤੋਂ ਟੁੱਟੇ ਹੋਏ ਮਨੁੱਖ ਜੋ ਕਰ ਰਹੇ ਆ, ਮੈਨੂੰ ਇਹਨਾਂ ਵਿੱਚ ਇਹਨਾਂ ਦੀ ਸੰਗਤ ਨਾਲ ਲਿਜਾਈ, ਇਹ ਪਾਰਟੀਆਂ ਦੇ ਵਿੱਚ ਨਾ ਲਿਜਾਈ। ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਲ। ਗੁਰੂ ਪਾਤਸ਼ਾਹ ਕਹਿੰਦੇ ਸੰਗਤ ਨਹੀਂ ਕਰਨਾ ਚਾਹੀਦਾ ਇਹਨਾਂ ਦਾ। ਸੋ ਇੱਥੋਂ ਬਚਣਾ ਵਾਹਿਗੁਰੂ ਜੀ। ਸੁਰਤੀ ਵਰਤੀ ਵਾਲਾ ਗੁਰਸਿੱਖ ਬਿਲਕੁਲ ਨਹੀਂ ਜਾਂਦਾ, ਜਾਣ ਨਾਲ ਨੁਕਸਾਨ ਹੁੰਦਾ ਸਾਡਾ। ਸੁਰਤੀ ਵਰਤੀ ਹਿਲਦੀ ਆ, ਗੁਰੂ ਪਾਤਸ਼ਾਹ ਦੀ ਨਾਰਾਜ਼ਗੀ ਆ ਉਹਦੇ ਵਿੱਚ। ਜੇ ਨੋਰਮਲ ਖਾਣਾ ਪੀਣਾ ਆ, ਸ਼ਰਾਬ ਤੋਂ ਬਿਨਾਂ ਆ, ਫਿਰ ਕੋਈ ਗੱਲ ਨਹੀਂ। ਇੱਕ ਜਿਹੜੇ ਗੰਦੇ ਮੰਦੇ ਗੀਤ ਚੱਲਦੇ ਆ ਅਤੇ ਸ਼ਰਾਬ ਜਿੱਥੇ ਚੱਲਦੀ ਆ, ਉੱਥੋਂ ਬਚਣਾ ਵਾਹਿਗੁਰੂ ਜੀ। ਉਹ ਤੋਂ ਬਿਨਾਂ ਆ ਜੇ ਨੋਰਮਲ ਪਰਿਵਾਰਕ ਮਾਹੌਲ ਆ, ਅਤੇ ਫਿਰ ਤਾਂ ਕੋਈ ਗੱਲ ਨਹੀਂ, ਫਿਰ ਤਾਂ ਜਾ ਸਕਦੇ ਹਾਂ ਵਾਹਿਗੁਰੂ। ਅਤੇ ਅੱਗੇ ਸਵਾਲ ਸੀ ਤੁਹਾਡਾ ਵੀ ਜੇ ਦਾੜੇ 'ਤੇ ਜੇ ਦਾੜਾ 'ਤੇ ਹੱਥ ਵੱਜ ਜਾਂਦਾ ਨਾ, ਆਪ ਤੋਂ ਜਾਂ ਬੱਚਿਆਂ ਤੋਂ ਪੱਟਿਆ ਜਾਂਦਾ ਵਾਲ, ਰੋਮ, ਕੇਸ, ਅਤੇ ਉਹਦਾ ਵਾਹਿਗੁਰੂ ਇੱਦਾਂ ਆ, ਜਿਹੜੀ ਆਪਾਂ ਨਾ ਜਾਣ ਬੁੱਝ ਕੇ ਕੀਤੀ ਉਹ ਕ੍ਰੈਤ ਹੁੰਦੀ ਆ, ਅਣਜਾਣੇ ਵਿੱਚ ਹੋਈ ਨਾ। ਇੱਕ ਤਾਂ ਅਣਜਾਣੇ 'ਚ, ਇੱਕ ਜਾਣ ਬੁੱਝ ਕੇ। ਮਨੋਂ ਜਾਣ ਬੁੱਝ ਕੇ ਕੀਤੀ ਉਹ ਕ੍ਰੈਤ ਆ, ਜਿਹੜੀ ਅਣਜਾਣੇ 'ਚ ਹੋ ਗਈ ਉਹ ਕ੍ਰੈਤ ਨਹੀਂ ਹੈਗੀ। ਇਸ ਤਰ੍ਹਾਂ ਉਹਦਾ ਕੋਈ ਨਹੀਂ ਕਿ ਆਪਾਂ ਜਦੋਂ ਕੇਸ ਵਾਹੁੰਦੇ ਆ, ਹੁਣ ਆਪਣਾ ਮਕਸਦ ਤਾਂ ਕੇਸ ਵਾਹੁਣਾ ਆ, ਨਾ ਕਿ ਪੁੱਟਣਾ ਆ। ਪਰ ਕੇਸ ਵਾਹੁੰਦੇ ਆ, ਕੰਘੇ ਵਿੱਚ ਕਿੰਨੇ ਕੇਸ ਆਉਂਦੇ ਆ ਜਿਹੜੇ ਕੋਈ ਪੁੱਟੇ ਵੀ ਜਾਂਦੇ ਆ, ਹੈ ਨਾ। ਜੀਂਦੇ ਕੇਸ ਵੀ ਪੁੱਟੇ ਜਾਂਦੇ ਆ, ਜਦੋਂ ਉਹਦੇ 'ਚ ਗਲੌਂਜਾਂ ਪਈਆਂ ਆ, ਫਸੇ ਉਹ ਕੇਸ ਆਪਾਂ ਕੱਢਦੇ ਹਾਂ। ਅਤੇ ਉਹਦੇ ਵਿੱਚ ਉੱਥੇ ਸਾਡਾ ਮਕਸਦ ਕੀ ਆ? ਪੱਟਣਾ ਨਹੀਂ ਹੈਗਾ, ਹੈ ਨਾ। ਉੱਥੇ ਮਕਸਦ ਅਸੀਂ ਸਫਾਈ ਕਰਦੇ ਕੇਸਾਂ ਦੀ। ਇਸੇ ਤਰ੍ਹਾਂ ਬਾਕੀ ਸਰੀਰ ਦੇ ਵੀ ਰੋਮ ਝੜਦੇ ਆ, ਆਟੋਮੈਟਿਕਲੀ ਝੜਦੇ ਆ, ਜਾਂ ਸਾਡੇ ਰਹਿਣ ਸਹਿਣ ਦੇ ਨਾਲ, ਕੱਪੜਿਆਂ ਨਾਲ ਲੱਗ ਕੇ ਨਹਾਉਂਦੇ ਆ ਜਾਂ ਕੁਛ ਵੀ ਕਰਦੇ ਝੜਦੇ ਆ। ਉਹ ਇੱਕ ਨੋਰਮਲੀ ਰੂਟੀਨ ਆ, ਉਹ ਇੱਕ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕ੍ਰੈਤ ਵਾਲਾ ਨਹੀਂ ਹੈਗੀ ਗੱਲ। ਉਹ ਤਾਂ ਉਹਦੇ ਵਿੱਚ ਕੋਈ ਸਾਨੂੰ ਇੱਦਾਂ ਦਾ ਵਹਿਮ ਭਰਮ ਨਹੀਂ ਕਰਨਾ। ਉਹ ਮਾਫ ਹੈ ਵਾਹਿਗੁਰੂ, ਉਹਦਾ ਨਹੀਂ ਹੈ। ਪਰ ਜਾਣ ਬੁੱਝ ਕੇ ਨਹੀਂ ਕਰਨਾ, ਜਾਣ ਬੁੱਝ ਕੇ ਕੀਤੀ ਹੋਈ ਕ੍ਰੈਤ ਆ। ਅਣਜਾਣੇ ਵਿੱਚ ਜਿਹੜਾ ਹੋ ਗਿਆ ਜਾਂ ਸਫਾਈ ਲਈ ਕਰ ਰਹੇ ਆ, ਉਹਦੇ ਵਿੱਚ ਉਹ ਕ੍ਰੈਤ ਨਹੀਂ ਹੈਗੀ ਵਾਹਿਗੁਰੂ ਜੀ, ਉਹਦਾ ਆਪਾਂ ਸੰਭਾਲ ਕਰ ਰਹੇ ਹਾਂ। ਕੇਸ ਡਰਾਈ ਜਿਹੜੇ ਕਰਦੇ ਆ, ਜੇ ਕਹਿੰਦੇ ਸਮੈਲ ਆਉਂਦੀ ਸਾਡੇ ਤੇ, ਫੇਰ ਵਾਹਿਗੁਰੂ ਬਚਣਾ ਚਾਹੀਦਾ ਆ। ਬਹੁਤ ਲਾਈਟ ਜਿਹਾ ਕਰ ਲਓ ਮਾੜਾ ਜਿਹਾ ਉਹਨੂੰ, ਬਹੁਤ ਜ਼ਿਆਦਾ ਕੋਲੋਂ ਨਹੀਂ ਉਹਨੂੰ ਹੀਟ ਦੇਣੀ। ਹਾਂ, ਉਹ ਜਲਣ ਨਾ, ਅਤੇ ਥੋੜ੍ਹੀ ਲਾਈਟ ਜੀ, ਬਿਲਕੁਲ ਲਾਈਟ ਜੀ ਹੀਟ ਦਵੋ ਉਹਨੂੰ, ਜ਼ਿਆਦਾ ਨਾ ਕਰੋ ਵਾਹਿਗੁਰੂ, ਕਿਉਂ ਕੇਸਾਂ ਨਾਲ ਗੁਰੂ ਪਾਤਸ਼ਾਹ ਦਾ ਪਿਆਰ ਬਹੁਤ ਆ, ਅਤੇ ਉਹ ਫਿਰ ਇੱਦਾਂ ਜਲਣਗੇ, ਫਿਰ ਠੀਕ ਨਹੀਂ ਹੈਗੇ, ਹੈ ਨਾ। ਤੋ ਉਹ ਬਹੁਤ ਖਿਆਲ ਦੇ ਨਾਲ ਕਰ ਸਕਦੇ ਆ, ਕਰਦੇ ਆ ਸਿੰਘ ਬਹੁਤ ਸਾਰੇ, ਅਤੇ ਬਹੁਤ ਸਾਰੇ ਨਹੀਂ ਵੀ ਕਰਦੇ, ਹੈ ਨਾ, ਉੱਦਾਂ ਖੋਲ੍ਹ ਕੇ ਸਿਖਾ ਲੈਂਦੇ। ਪਰ ਹੁਣ ਜਿੱਦਾਂ ਆਪਾਂ ਇੱਥੇ ਬਾਹਰਲੀਆਂ ਕੰਟਰੀਆਂ 'ਚ ਰਹਿੰਦੇ ਹਾਂ, ਇੱਥੇ ਬਹੁਤ ਛੇਤੀ ਆਪਾਂ ਨੂੰ ਕਈ ਵਾਰ ਤਿਆਰ ਹੋਣਾ ਪੈਂਦਾ, ਜਾਂ ਠੰਡ ਵਿੱਚ ਨਹੀਂ ਵੀ ਸੁੱਕਦੇ, 6-6 ਮਹੀਨੇ ਧੁੱਪ ਨਹੀਂ ਨਿਕਲਦੀ, ਫਿਰ ਕੀ ਕਰੇ, ਹੈ ਨਾ। ਤਾਂ ਉਹ ਸੁਕਾਉਣੇ ਪੈਂਦੇ ਆ, ਕੋਈ ਨਹੀਂ, ਪਰ ਬਹੁਤ ਘੱਟ ਹੀਟ 'ਤੇ ਉਹਨੂੰ ਚਲਾਉਣਾ ਆ, ਖਿਆਲ ਰੱਖਣਾ, ਸੜਨ ਨਾ। ਜੇ ਪਹਿਲਾਂ ਹੋ ਵੀ ਗਿਆ, ਗਾਂਹ ਖਿਆਲ ਰੱਖਣਾ, ਕੋਈ ਗੱਲ ਨਹੀਂ, ਕਿਉਂ ਉਹਦੇ ਵਿੱਚ ਸਾਡਾ ਮਕਸਦ ਇਹ ਨਹੀਂ ਹੁੰਦਾ ਵੀ ਅਸੀਂ ਸਾੜਨੇ ਆ, ਹੈ ਨਾ। ਮਕਸਦ ਸਾਡਾ ਸੁਕਾਉਣਾ ਹੀ ਆ, ਪਰ ਫਿਰ ਵੀ ਆਪਾਂ ਉਹਦਾ ਥੋੜ੍ਹਾ ਖਿਆਲ ਰੱਖਣਾ ਆ ਵੀ ਇੰਨੇ ਜ਼ਿਆਦਾ ਹੀਟ ਅਪ ਨਾ ਹੋਣ। ਬਾਕੀ ਸਰੀਰਾਂ ਬਾਰੇ ਤੁਹਾਡਾ ਸਵਾਲ ਆ ਜੀ, ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ 2 ਸਰੀਰਾਂ ਦੀ ਗੱਲ ਕੀਤੀ ਆ, ਇੱਕ ਲਿਵ ਪੱਖੀ, ਇੱਕ ਧਾਤ ਪੱਖੀ ਆ। ਇੱਕ ਪੰਜ ਭੂਤਕ ਸਰੀਰ ਜਿਹੜਾ ਆ, 5 ਤੱਤਾਂ ਤੋਂ ਬਣਿਆ, ਅਤੇ ਦੂਜਾ ਰੱਬੀ ਜੋਤ ਤੋਂ ਆਤਮਿਕ ਸਰੀਰ ਆ। ਦੇਹੀ ਗੁਪਤ, ਵਿਦੇਹੀ ਦਿਸੈ। ਜਿਹੜੀ ਗੁਪਤ ਆ, ਜਿਹੜੀ ਅਸਲੀ ਸਾਡੀ ਆਪਣੀ ਓਨ, ਜਿਹੜਾ ਸਾਡਾ ਆਪਣਾ ਆਪ ਆ, ਉਹ ਗੁਪਤ ਆ, ਅਤੇ ਜਿਹੜੀ ਬਗਾਨੀ ਛੱਡ ਕੇ ਚੱਲ ਜਾਣੀ ਦੇ ਉਹ ਦਿੰਦੀ ਆ। ਤਾਂ ਬਾਕੀ ਉਹ ਸਾਇੰਸ ਦਾ ਪੱਖ, ਕਈ ਵਾਰ ਉਹਦੇ ਵਿੱਚ ਬਹੁਤ ਕੁਛ ਹੁੰਦਾ ਰਹੇਗਾ, ਮਨਮਤ ਵਗੈਰਾ, ਹੈ ਨਾ। ਸੋ ਆਪਾਂ ਨੂੰ ਜਿੰਨਾ ਗੁਰੂ ਪਾਤਸ਼ਾਹ ਕਹਿੰਦੇ ਆ, ਉਹ ਅਟੱਲ ਸੱਚਾਈ ਆ। ਇਹ ਦੁਨੀਆ ਖੋਜਾਂ ਕਰਦੀ ਆ, ਹੋਰੇ ਕੁਛ ਕਈ ਵਾਰ ਕੱਢ ਕੇ ਰੱਖ ਲੈਂਦੇ ਆ, ਪਰ ਬਾਅਦ 'ਚ ਇਹਨਾਂ ਨੂੰ ਪਤਾ ਲੱਗਦਾ ਫਿਰ ਨਹੀਂ, ਆਹ ਨਹੀਂ, ਆਹ ਸਹੀ ਸੀ, ਮੁੜ ਕੇ ਫਿਰ ਉਹ ਗੁਰਬਾਣੀ ਵਾਲੇ ਸਿਧਾਂਤ 'ਤੇ ਆ ਜਾਂਦੇ ਆਪੇ, ਉੱਦਾਂ ਉਹੀ ਗੱਲ ਕਰ ਜਾਂਦੇ ਫਿਰ। ਸੋ 2 ਸਰੀਰਾਂ ਦੀ ਗੱਲ ਗੁਰੂ ਪਾਤਸ਼ਾਹ ਗੁਰਬਾਣੀ 'ਚ ਕੀਤੀ ਆ। ਦਾਸ ਨੂੰ ਤਾਂ ਇੰਨਾ ਕੁ ਪਤਾ, ਬਾਕੀ ਕੁਛ ਹੋਰ ਹੋਵੇ ਕਹਿ ਨਹੀਂ ਸਕਦੇ, ਕਿਉਂ ਗੱਲ ਹੀ ਇੱਕ ਸਰੀਰ ਦਾ, ਅੰਦਰਲਾ ਸਰੀਰ ਆ, ਅਤੇ ਇੱਕ ਬਾਹਰਲਾ ਸਰੀਰ ਆ। ਅਤੇ ਹਾਂ, ਜੇ ਕੋਈ ਮਨ ਦੀ ਕੀਤੀ ਹੋ ਸਕਦੀ ਹੈ, ਪਰ ਮਨ ਕੋਈ ਬੋਡੀ ਦਾ ਪਾਰਟ ਨਹੀਂ, ਕੋਈ ਸਰੀਰ ਨਹੀਂ ਹੈਗਾ। ਇੱਕ ਉਹ ਤਾਂ ਕਹਿ ਲਓ ਵੀ ਰਿਕਾਰਡਿੰਗ ਟੇਪ ਆ, ਅਤੇ ਮਨ ਦੀ ਅਸਲ ਵਿੱਚ ਕੋਈ ਫਿਜ਼ੀਕਲੀ ਫਾਰਮ ਹੈ ਨਹੀਂ ਗੀ। ਸੋ 2 ਸਰੀਰ ਆ ਵਾਹਿਗੁਰੂ ਜੀ ਗੁਰਬਾਣੀ ਦੇ ਹਿਸਾਬ ਨਾਲ। ਅੱਗੇ ਸਵਾਲ ਆ ਵਾਹਿਗੁਰੂ ਜੀ ਤੁਹਾਡਾ ਸ਼ਹੀਦ ਸਿੰਘਾਂ ਬਾਰੇ।
ਸ਼ਹੀਦ ਸਿੰਘ ਵਾਹਿਗੁਰੂ ਜੀ ਜਿਹੜੇ ਵੀ ਗੁਰਸਿੱਖ ਗੁਰੂ ਪਾਤਸ਼ਾਹ ਲਈ ਪੰਥ ਲਈ ਲੜਦੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਸ਼ਹੀਦ ਸਿੰਘ ਕਿਹਾ ਜਾਂਦਾ। ਨਹੀਂ ਤਾਂ ਇੱਥੇ ਸਾਡੇ ਪਿੰਡਾਂ ਦੇ ਵਿੱਚ ਤਾਂ ਆਪਾਂ ਦੇਖਦੇ ਆ ਕੋਈ ਸ਼ਰਾਬ ਪੀ ਕੇ ਮਰ ਗਿਆ ਉਹਦੀ ਵੀ ਸ਼ਹੀਦਾਂ ਦੀ ਜਗ੍ਹਾ ਕਹਿ ਕੇ ਬਣਾ ਦਿੰਦੇ ਆ, ਪਰ ਨਹੀਂ, ਜੋ ਪੰਥ ਲਈ ਸ਼ਹੀਦ ਹੋਏ ਆ, ਗੁਰੂ ਘਰ ਲਈ ਸ਼ਹੀਦ ਹੋਏ ਆ, ਉਹ ਉਹੀ ਅਸਲੀ ਸ਼ਹੀਦ ਆ। ਔਰ ਹਰੇਕ ਨੂੰ ਹੀ ਕਿਸੇ ਵੀ ਕਾਰਨ ਕਰਕੇ ਮਰ ਗਿਆ ਸ਼ਹੀਦ ਨਹੀਂ ਗਿਣਿਆ ਜਾਂਦਾ। ਜਿਹੜਾ ਰੱਬ ਲਈ ਸ਼ਹੀਦ ਹੋ ਗਿਆ, ਰੱਬੀ ਅਸੂਲਾਂ ਲਈ ਸ਼ਹੀਦ ਹੋ ਗਿਆ, ਉਹ ਸ਼ਹੀਦ ਆ। ਔਰ ਉਹ ਜਿਹੜੇ ਸਰੀਰ ਦੇ ਵਿੱਚ, ਜਿੱਡੇ ਸਰੀਰ ਵਿੱਚ ਸੀਗੇ, ਉਹਨਾਂ ਦਾ ਆਤਮਿਕ ਸਰੀਰ ਵੀ ਉੱਡਾ ਹੁੰਦਾ। ਹਾਂ, ਪਰ ਜਿਹੜੇ ਆਤਮਿਕ ਦਰਸ਼ਨ ਆ ਬਹੁਤ ਵੱਡੇ ਦੀਂਦੇ ਆ, ਸਾਨੂੰ ਲੱਗਦੇ ਆ, ਹੁੰਦੇ ਆ। ਤੇ ਸਰੀਰ ਜਿਹੜਾ ਉਹਨਾਂ ਦਾ ਉਸ ਵੇਲੇ ਪੁਰਾਣੇ ਜਿਹੜੇ ਪੁਰਾਤਨ ਸ਼ਹੀਦ ਸਿੰਘ ਆ ਉਹ ਉੱਦਾਂ ਹੀ ਲੰਮੇ ਬਹੁਤ ਹੁੰਦੇ ਸੀਗੇ। 7 ਫੁੱਟ 2 ਇੰਚ ਤਾਂ ਗੁਰੂ ਪਾਤਸ਼ਾਹ ਦੱਸਦੇ ਆ ਵੀ 10ਵੇਂ ਪਾਤਸ਼ਾਹ ਦਾ ਤੇ ਪਹਿਲੇ ਪਾਤਸ਼ਾਹ ਦਾ ਸੀਗਾ ਹਾਈਟ। ਸੋ ਉਸ ਵੇਲੇ ਆਮ ਹਾਈਟ ਸਾਡੀ ਬਹੁਤ ਹੁੰਦੀ ਸੀ, ਸਾਰੇ ਪੰਜਾਬੀਆਂ ਦੀ, ਤੇ ਤਕੜੇ ਸੀਗੇ ਬਹੁਤ। ਤੇ ਹੁਣ ਵੀ ਉਹ ਜੇ ਪੁਰਾਤਨ ਸ਼ਹੀਦ ਸਿੰਘਾਂ ਦੇ ਦਰਸ਼ਨ ਹੁੰਦੇ ਆ ਤਾਂ ਉਹ ਬਹੁਤ ਵੱਡੇ ਉੱਚੇ ਲੱਗਦੇ ਆ। ਪਰ ਉੱਦਾਂ ਨੋਰਮਲੀ ਵੈਸੇ ਹੁੰਦੇ ਆ ਜਿੱਦਾਂ ਆਪਣੇ ਆ, ਪਰ ਥੋੜ੍ਹੇ ਲੰਬੇ ਹੁੰਦੇ। ਆਤਮਿਕ ਦਰਸ਼ਨ ਥੋੜ੍ਹੇ ਵੱਡੇ ਹੁੰਦੇ ਨਾ, ਤੇ ਉਹ ਆਤਮਾ ਬਲਵਾਨ ਬਹੁਤ ਹੁੰਦੀ ਆ। ਨਾਮ ਜਪ ਕੇ ਸੇਵਾ ਕਰਕੇ ਉਹਨੇ ਬਹੁਤ ਤਾਕਤ ਹਾਸਲ ਕੀਤੀ ਹੁੰਦੀ ਆ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਹੁੰਦੀ ਬਹੁਤ ਉਹਨਾਂ ਦੀ। ਠੀਕ ਹੈ ਜੀ, ਇੰਨੀਆਂ ਵਿਚਾਰਾਂ ਕਰਦੇ ਬੇਅੰਤ ਭੁੱਲਾਂ ਦੀ ਮਾਫੀ। ਕੋਈ ਹੋਰ ਸਵਾਲ ਹੋਇਆ ਵਰਗੀ ਫੇਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।